I am from the girls' team first place. नहीं नहीं पापा खा ਮੈਨੂੰ 4 ਸਾਲ ਹੋ ਗਏ ਨੇ ਗੋਲਫ ਖੇਡਦੇ ਨੂੰ ਤੇ ਮੈਂ ਗੋਲਫ ਸਟਾਰਟ ਕੀਤੀ ਸੀ ਜਦੋਂ ਮੈਂ 7 ਸਾਲ ਦੀ ਸੀ। ਕਿੱਥੇ ਕਿੱਥੇ ਖੇਡ ਲਿਆ ਜੀ? ਮੈਂ ਹਜੇ ਤੱਕ ਸਾਊਥ ਅਫਰੀਕਾ ਹੀ ਗਈ ਹਾਂ। ਕਿਹੜੀ ਕਿਹੜੀ ਪੋਜੀਸ਼ਨ ਰਹੀ ਉੱਥੇ? ਫਸਟ, ਸੈਕੰਡ ਤੇ ਥਰਡ। ਕਿੰਨੀਆਂ ਕੰਟਰੀਆਂ ਸੀ ਔਰ ਕਿੰਨੇ ਬੱਚੇ ਸੀ ਉੱਥੇ ਜਿਨ੍ਹਾਂ ਨੂੰ ਹਰਾ ਕੇ ਤੇ ਫਸਟ ਪ੍ਰਾਈਜ਼ ਲਿਆ? ਟੋਟਲ ਵੈਸੇ ਤਾਂ 10 ਬੱਚੇ ਸੀਗੇ। ਕਈ ਯੂਕੇ ਤੋਂ ਸੀਗੇ, ਥਾਈਲੈਂਡ ਤੋਂ ਸੀਗੇ ਤੇ ਹੋਰ ਵੀ ਕੰਟਰੀਜ਼ ਤੋਂ ਸੀਗੇ। ਟੋਟਲ ਕਿੰਨੀਆਂ ਕੰਟਰੀਆਂ ਸੀ? ਟੋਟਲ 5। ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਮੌਸਮ ਔਰ ਗਰਾਊਂਡ 'ਚ ਕਿੰਨਾ ਕੁ ਫਰਕ ਵਾ ਇੰਡੀਆ ਔਰ ਸਾਊਥ ਅਫਰੀਕਾ 'ਚ? ਇੱਥੇ ਗਰਮੀ ਸੀਗਾ, ਉੱਥੇ ਠੰਡ ਸੀਗੀ। ਮਤਲਬ ਉੱਥੇ ਨਾਰਥ ਵਿੱਚ ਸਨੋਫਾਲ ਹੁੰਦੀ ਸੀ, ਉੱਥੋਂ ਬੜੀ ਠੰਡੀ ਹਵਾ ਆਉਂਦੀ ਹੁੰਦੀ ਸੀ ਉੱਥੋਂ। ਤੇ ਕੋਈ ਦਿੱਕਤ ਵੀ ਆਈ? ਉੱਥੇ ਵਾਟਰ ਬਾਡੀਜ਼ ਬਹੁਤ ਸੀਗੀਆਂ, ਗ੍ਰੀਨਸ ਬੜੀਆਂ ਫਾਸਟ ਸੀਗੀਆਂ ਤੇ ਮੈਂ ਬਿਮਾਰ ਵੀ ਪੈ ਗਈ ਸੀਗੀ। ਕੀ ਹੋਇਆ ਸੀ? ਕੀ ਪ੍ਰੋਬਲਮ ਆਈ ਸੀ? ਮੈਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆਈ ਵਾਟਰ ਬਾਡੀਜ਼ ਵਿੱਚ। ਮਤਲਬ ਹਰੇ ਗ੍ਰੀਨ ਤੋਂ ਪਿੱਛੇ 20 ਯਾਰਡ ਦੀ ਤਾਂ ਸੀਗੀ ਵਾਟਰ ਬਾਡੀ। ਮਤਲਬ ਉਹਨੂੰ ਟਪਾਉਣੀ ਵੀ ਇੱਕ ਟਾਸਕ ਹੁੰਦਾ ਆ। ਹੁਣ ਜੇ ਜ਼ਿਆਦਾ ਮਾਰ ਲਈ ਉਹ ਵੀ ਇੱਕ ਸ਼ਾਟ ਮੰਨਿਆ ਜਾਂਦਾ ਹੈ, ਘੱਟ ਮਾਰ ਲਿਆ ਉਹ ਫਿਰ 3 ਸ਼ਾਟ ਮੰਨੇ ਜਾਂਦੇ ਹੈ। ਮਤਲਬ ਬੜੇ ਫੋਕਸ ਨਾਲ 20 ਯਾਰਡ ਦੇ ਗ੍ਰੀਨ ਦੇ ਅੰਦਰ ਤੁਹਾਨੂੰ ਇੱਕ ਛੋਟੀ ਜਿਹੀ ਬਾਲ ਪਾਣੀ ਹੁੰਦੀ ਹੈ। ਤਬੀਅਤ ਨੂੰ ਲੈ ਕੇ ਕੀ ਮੁਸ਼ਕਿਲ ਆਈ ਔਰ ਉਹਨੂੰ ਕਿਸ ਤਰ੍ਹਾਂ ਸੋਲਵ ਕੀਤਾ? ਮੰਮਾ, ਮੈਂ ਤੇ ਮੇਰੀ ਸਿਸਟਰ ਆਪਾਂ ਡਿਨਰ ਤੋਂ ਪਹਿਲਾਂ ਹਰ ਵਾਰੀ ਡਿਸਕਸ ਕਰਦੇ ਹੁੰਦੇ ਸੀਗੇ ਡਰਾ ਕਰਕੇ ਕਿ ਇਹ ਵਾਲੇ ਹੋਲ ਕਿੱਦਾਂ ਗਿਆ ਤੇ ਇੱਦਾਂ ਕਿਉਂ ਗਿਆ। ਜਿਹੜੀ ਤਬੀਅਤ ਖਰਾਬ ਹੋਈ ਕਿਸ ਤਰ੍ਹਾਂ ਖਰਾਬ ਹੋਈ ਔਰ ਹੋਇਆ ਕੀ ਸੀ ਉੱਥੇ? ਉੱਥੇ ਬਹੁਤ ਠੰਡ ਸੀਗੀ ਤੇ ਮੈਂ ਇੱਕ ਦਿਨ ਹਾਫ ਸਲੀਵ ਵਿੱਚ ਚਲ ਗਈ। ਮੈਨੂੰ ਲੱਗੇ ਕਿ ਠੀਕ ਹੋਣਾ, ਮਤਲਬ ਮੇਰੀ ਬਾਡੀ ਹਲੇ ਅਡੈਪਟ ਨਹੀਂ ਹੋਈ ਸੀਗੀ ਤੇ ਮੈਨੂੰ ਹੌਲੀ ਕਰਕੇ ਮੈਨੂੰ ਇੱਦਾਂ ਠੰਡ ਲੱਗੀ ਤੇ 103 ਮੈਨੂੰ ਫੀਵਰ ਹੋ ਗਿਆ। ਫਿਰ ਉਹਨੂੰ ਕਿਸ ਤਰ੍ਹਾਂ ਮੈਚ ਕਿੱਦਾਂ ਖੇਡਿਆ ਜਾਂ ਛੱਡਣ ਦਾ ਸੋਚਿਆ ਕਿ ਖੇਡ ਲਿਆ? ਫਿਰ ਮੈਂ ਸੋਚਿਆ ਸੀ ਪਹਿਲਾਂ ਕਿ ਮੈਂ ਛੱਡ ਦਾਂ, ਫਿਰ ਮੈਂ ਸੋਚਿਆ ਸੀ ਕਿ ਨਹੀਂ, ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਤੇ ਮੈਨੂੰ ਨਹੀਂ ਛੱਡਣਾ ਚਾਹੀਦਾ। ਮੈਨੂੰ ਮਤਲਬ ਪਾਰਟਿਸਿਪੇਟ ਐਟਲੀਸਟ ਕਰਨਾ ਚਾਹੀਦਾ ਆ। देखो जी, मैं भी कालों हाँ, ये भी कालों ने ਤੇ ਇਹ ਜ਼ਾਹਿਰ ਹੈ ਕਿ ਕੁਛ ਨਾ ਕੁਛ ਤਾਂ ਜਿਹੜਾ ਰਿਸ਼ਤਾ ਹੈ ਉਹ ਬਣ ਹੀ ਜਾਂਦਾ ਹੈ ਜੀ। ਬਾਕੀ ਮੋਹਾਲੀ ਗੋਲਫ ਰੇਂਜ ਤੇ ਪੰਜਾਬ ਸਰਕਾਰ ਨੇ ਬੜੀ ਵਧੀਆ ਫੈਸਿਲਿਟੀ ਬਣਾਈ ਹੈ। ਪੇਰੈਂਟਸ ਨੇ ਬਹੁਤ ਇਹਨਾਂ ਨੂੰ ਇਨਕਰੇਜ ਕੀਤਾ, ਲੈ ਕੇ ਆਏ। ਤੇ ਬਾਕੀ ਤਾਂ ਜੀ ਬੱਚਿਆਂ ਦੀ ਤੇ ਪੇਰੈਂਟਸ ਦੀ ਮਿਹਨਤ ਹੈ। ਮੈਂ ਤਾਂ ਥੋੜਾ ਰਸਤਾ ਹੀ ਦਿਖਾਇਆ ਹੈ, ਬਟ ਹਮੇਸ਼ਾ ਬਹੁਤ ਹਾਰਡ ਵਰਕਿੰਗ ਸੀ ਰਬਾਬ, ਹੰਗਰ ਬਹੁਤ ਸੀ। ਤੇ ਉਹੀ ਮੈਨੂੰ ਹਾਲੇ ਵੀ ਓਬਜ਼ਰਵ ਕਰਦਾ ਰਹਿਣਾ। ਡੇਲੀ ਪ੍ਰੈਕਟਿਸ ਕਰਦੀ ਹੈ, ਲੱਗੇ ਰਹਿੰਦੇ ਹੈ, ਮੈਚ ਖੇਲਦੇ ਹੈ, ਜਿੱਤਦੇ ਹੈ ਤੇ ਪੇਰੈਂਟਸ ਲੱਗੇ ਰਹਿੰਦੇ ਹੈ। ਫਾਦਰ ਸਾਹਿਬ ਬਾਹਰ ਰਹਿੰਦੇ ਨੇ, ਮੰਮੀ ਇਹਨਾਂ ਨਾਲ ਰਹਿੰਦੀ ਹੈ ਤੇ ਛੋਟੀ ਗੈਰਤ ਵੀ ਉਹਨੂੰ ਦੇਖ ਕੇ ਮੈਂ ਸ਼ੁਰੂ ਤੋਂ ਦੇਖਦਾ ਸੀ ਰਬਾਬ ਨੂੰ ਕੋਚਿੰਗ, ਅਤੇ ਗੈਰਤ ਆਪਣਾ ਲੱਗੀ ਰਹਿੰਦੀ ਸੀ ਤੇ ਮੈਂ ਦੇਖਦਾ ਓਬਜ਼ਰਵ ਕਰਦਾ ਸੀ। ਵੈਰੀ ਇੰਟਰਸਟਿੰਗ। ਤੇ ਇਹਨਾਂ ਦੀ ਇੱਕ ਮਿਸਾਲ ਹੈਗੀ ਹੈ ਬੱਚੇ, ਇੱਕ ਤੁਹਾਨੂੰ ਸਪੋਰਟਸ ਦਾ ਪਤਾ ਹੈ, ਵੀਨਸ ਵਿਲੀਅਮ ਤੇ ਸਰੀਨਾ ਵਿਲੀਅਮ ਸਿਸਟਰਸ, ਤੇ ਗੋਲਫ 'ਚ ਜੈਸਿਕਾ ਤੇ ਨੈਲੀ ਕੋਡਾ ਟੌਪ ਪਲੇਅਰ ਹੈਗੇ ਨੇ। ਤੇ ਮੈਂ ਸਮਝਦਾ ਇਹ ਦੋ ਬੱਚਿਆਂ ਦਾ ਵੀ ਉਹੀ ਮਿਸਾਲ ਨਾਲ ਉਹੀ ਦੇ ਕੈਨ ਡੂ ਬੈਟਰ, ਉਹਨਾਂ ਤੋਂ ਵੀ ਹੋਰ ਚੰਗਾ। ਤੇ ਇੰਡੀਆ ਵਾਸਤੇ ਤੇ ਸੂਬੇ ਵਾਸਤੇ, ਪੰਜਾਬ ਵਾਸਤੇ ਬਹੁਤ ਵੱਡੀ ਗੱਲ ਹੈ। ਸਰ ਮੁਸ਼ਕਿਲ ਨਹੀਂ ਆਉਂਦੀ, ਪਰ ਇਹ ਹੈ ਕਿ ਕੰਫਰਟ ਜ਼ੋਨ ਆ ਜਾਂਦਾ ਹੈ ਜੇ ਤੁਸੀਂ ਸਿਮਿਲਰ ਕੰਡੀਸ਼ਨ 'ਤੇ ਖੇਲੋ। ਅਤੇ ਸਾਡਾ ਤਾਂ ਮਕਸਦ ਇਹੀ ਰਹੇਗਾ ਕਿ ਸਾਰੇ ਪਾਸੇ ਕਿ ਇਹ ਜਿਹੜੀ ਗ੍ਰੀਨ ਦੀ ਸਪੀਡ ਹੈ ਉਹਨੂੰ ਬੈਟਰ ਕੀਤਾ ਜਾਏ। ਮੈਂ ਸਾਰੇ ਪਾਸੇ ਇਹੀ ਗੱਲ ਕਰਨਾ ਚਾਹੁੰਦਾ ਕਿ ਵੀ ਸ਼ੁੱਡ ਇੰਪਲੀਮੈਂਟ ਦਿਸ ਬੈਟਰ, ਤਾਂ ਕਿ ਬੱਚਿਆਂ ਨੂੰ ਜ਼ਿਆਦਾ ਕੰਫਰਟ ਹੋ ਜਾਏ। ਅਤੇ ਬਾਕੀ ਮੈਂ ਸਮਝਦਾ ਕਿ ਜਿੰਨੀ ਮੈਚੋਰਿਟੀ ਨਾਲ ਰਬਾਬ ਖੇਲੀ ਹੈ ਅੰਡਰ
ਬੁਖਾਰ ਐਂਡ ਜਿੰਨੇ ਵਧੀਆ ਤਰੀਕੇ ਨਾਲ ਜਿੱਤੀ ਹੈ। ਤੇ ਮੈਂ ਸਮਝਦਾ ਕੌਨਫੀਡੈਂਸ ਬਹੁਤ ਹੈ, ਨੈਵਰ ਗਿਵ ਅਪ ਐਟੀਟਿਊਡ ਹੈ। ਤੇ ਇਹੀ ਚੀਜ਼ ਇੱਕ ਸਪੋਰਟਸ ਬੱਚਿਆਂ ਨੂੰ ਸਿਖਾਉਂਦੀ ਹੈ। ਇੰਨੀ ਛੋਟੀ ਉਮਰ 'ਚ ਇਹੋ ਜਿਹੀ ਗੱਲਾਂ ਕਰਨੀਆਂ ਇੰਨੀ ਮੈਚੁਰਿਟੀ ਨਾਲ, ਇਹ ਸਪੋਰਟਸ ਦੀ ਤੇ ਬੱਚਿਆਂ ਤੇ ਲੜਕੀਆਂ ਵਾਸਤੇ ਬਹੁਤ ਵੱਡੀ ਗੱਲ ਹੈ। ਤੇ ਮੇਰੀ ਬੈਸਟ ਵਿਸ਼ੇਸ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਪਰਿਵਾਰਾਂ ਨੂੰ ਹੈ ਕਿ ਜੀ ਇਹ ਮਿਹਨਤ ਕਰਦੇ ਰਹਿਣ ਤੇ ਅਸੀਂ ਜੋ ਵੀ ਇਹਨਾਂ ਦਾ ਸਾਰਾ ਤਾਂ ਹਾਰਡ ਵਰਕ ਇਹਨਾਂ ਦਾ, ਅਸੀਂ ਤਾਂ ਥੋੜਾ ਰਸਤਾ ਹੀ ਦਿਖਾਉਣਾ ਹੈ। ਥੈਂਕ ਯੂ। ਪਹਿਲਾਂ ਜਦੋਂ ਬੱਚਿਆਂ ਬਾਰੇ ਪਤਾ ਲੱਗਿਆ, ਉੱਪਰ ਵਾਲੇ ਦਾ ਸ਼ੁਕਰੀਆ ਅਦਾ ਕੀਤਾ, ਠੀਕ ਹੈ, ਕਿਉਂਕਿ ਉੱਪਰ ਵਾਲੇ ਦੇ ਮਿਹਰ ਤੋਂ ਬਿਨਾਂ ਤੇ ਵੱਡੇ ਵਡੇਰਿਆਂ ਦੇ ਆਸ਼ੀਰਵਾਦ ਤੋਂ ਬਿਨਾਂ ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ। ਕਿਉਂਕਿ ਦੇਖੋ ਦੁਨੀਆ ਸਾਰੀ ਚਾਹੁੰਦੀ ਹੈ ਕਿ ਸਾਡਾ ਨਾਂ ਹੋਵੇ ਤੇ ਅਸੀਂ ਕੁਝ ਆਪਣਾ ਵੱਖਰੀ ਪਹਿਚਾਣ ਬਣਾਈਏ, ਬਟ ਹਰ ਕੋਈ ਸਕਸੈਸਫੁਲ ਨਹੀਂ ਹੋ ਪਾਉਂਦਾ। ਤੇ ਬੱਚਿਆਂ ਇੱਥੇ ਇੰਨੀ ਦੂਰ ਗਏ, ਇਹਨਾਂ ਨੇ ਪੋਜੀਸ਼ਨਸ ਲਈਆਂ, ਤੇ ਇਹ ਬੜੇ ਮਾਣ ਵਾਲੀ ਗੱਲ ਹੈ ਆਪਣੇ ਵਾਸਤੇ, ਆਪਣੇ ਸੂਬੇ ਵਾਸਤੇ, ਆਪਣੇ ਦੇਸ਼ ਵਾਸਤੇ। ਖਾਸ ਕਰਕੇ ਦੇਖੋ ਜੀ, ਇਹ ਸਪੈਸ਼ਲੀ ਇੱਕ ਮੈਸੇਜ ਹੈ ਕਿ ਜਿਹੜੇ ਸਟੀਰੀਓਟਾਈਪ ਥਿੰਕਿੰਗ ਵਾਲੇ ਹੁੰਦੇ ਨੇ ਪੇਰੈਂਟਸ, ਕਿ ਨਹੀਂ ਜੀ ਸਾਨੂੰ ਮੁੰਡਾ ਚਾਹੀਦਾ ਹੈ ਤੇ ਜਾਂ ਸਾਨੂੰ ਠੀਕ ਹੈ ਇੱਕ ਕੁੜੀ ਤੇ ਇੱਕ ਮੁੰਡਾ ਹੋ ਜੇ, ਬਟ ਮੈਨੂੰ ਕਦੇ ਮਾਈਂਡ ਵਿੱਚ ਇਹ ਨਹੀਂ ਆਇਆ ਕਿ ਮੇਰੀਆਂ 2 ਬੇਟੀਆਂ ਨੇ, ਠੀਕ ਹੈ, ਜਾਂ ਕਿਸੇ ਵਜ੍ਹਾ ਕਰਕੇ ਇਹਨਾਂ ਨੂੰ ਕੋਈ ਓਪਰਚੁਨਿਟੀ ਨਾ ਦੇਵਾਂ। ਮੈਨੂੰ ਤੇ ਮੇਰੀ ਵਾਈਫ ਨੇ ਸੀਗੀ ਕਿ ਜੋ ਸਾਡੀ ਹੈਸੀਅਤ ਜਿੰਨੀ ਕੁ ਹੈਗੀ ਆ, ਅਸੀਂ ਇਹਨਾਂ ਨੂੰ ਉਹ ਸਾਰੀਆਂ ਫੈਸਿਲਿਟੀਜ਼ ਜਾਂ ਓਪਰਚੁਨਿਟੀਜ਼ ਦਈਏ ਜਿਹੜੀ ਕਿ ਅਸੀਂ ਇੱਕ ਬੇਟੇ ਨੂੰ ਦਿੰਦੇ। ਤੇ ਰਿਜ਼ਲਟਸ ਇਹਨਾਂ ਨੇ ਤੁਹਾਡੇ ਸਾਹਮਣੇ ਲਿਆ ਕੇ ਰੱਖੇ ਨੇ, ਤੇ ਸਾਰਿਆਂ ਲਈ, ਤੁਹਾਡੇ ਲਈ, ਸਾਡੇ ਲਈ, ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਮੈਂ ਬੜੀ ਐਂਬੀਸ਼ੀਅਸ ਸੀਗੀ ਕਿ ਕੁਝ ਵੀ ਪ੍ਰੋਫੈਸ਼ਨ ਲਾਈਫ 'ਚ ਕਰਨਾ ਹੀ ਕਰਨਾ ਹੈ, ਬਟ ਆਈ ਥਿੰਕ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਤੇ ਉਦੋਂ ਤੁਹਾਡਾ ਸਾਰਾ ਕੁਝ ਮਦਰ ਦਾ ਤਾਂ ਪਿੱਛੇ ਰਹਿ ਜਾਂਦਾ ਹੈ। ਦੈਨ ਯੂ ਸਟਾਰਟ ਲੁਕਿੰਗ ਫਾਰਵਰਡ ਕਿ ਬੱਚਿਆਂ ਦਾ ਫਿਊਚਰ ਬ੍ਰਾਈਟ ਕਰ ਲਈਏ। ਤੇ ਪਹਿਲੇ ਮੈਂ ਪ੍ਰੈਕਟਿਸ ਘੱਟ ਕੀਤੀ, ਫਿਰ ਹੌਲੀ ਹੌਲੀ ਬਿਲਕੁਲ ਹੀ ਬੰਦ ਕਰ ਦਿੱਤੀ, ਕਿਉਂਕਿ ਬੱਚਿਆਂ ਦੀ ਗੇਮ ਜਿਹੜੀ ਉਹ ਡਿਮਾਂਡਿੰਗ ਸੀਗੀ। ਬੱਚਿਆਂ ਨੂੰ ਲਿਆਉਣਾ ਛੱਡਣਾ, ਇਹਨਾਂ ਦੇ ਫਾਦਰ ਜਿਹੜੇ ਨੇ ਉਹ ਮਰਚੈਂਟ ਨੇਵੀ ਵਿੱਚ ਕੈਪਟਨ ਨੇ, ਤੇ ਅੱਧਾ ਸਾਲ ਤੇ ਉਹ ਘਰ ਤੋਂ ਬਾਹਰ ਹੀ ਰਹਿੰਦੇ ਆ। ਫਿਰ ਘਰ ਦਾ, ਬੱਚਿਆਂ ਦਾ ਸਾਰਾ ਕੁਝ ਮੈਨੂੰ ਹੀ ਵੇਖਣਾ ਪੈਂਦਾ ਸੀਗਾ, ਤੇ ਫਿਰ ਉਹ ਮੈਨੂੰ ਕੰਪਰੋਮਾਈਜ਼ ਕਰਨਾ ਹੀ ਪਿਆ। ਕਿੰਨਾ ਕੁ ਟਾਈਮ ਦਿੰਦੇ ਹੋ ਬੱਚਿਆਂ ਨੂੰ, ਕਿਉਂਕਿ ਗੇਮ ਵੀ ਲੰਬੀ ਹੈ ਹਾਂਜੀ। ਔਰ ਗੇਮ ਮਹਿੰਗੀ ਵੀ ਹੈ, ਉਹਦੇ 'ਚ ਕਿੰਨਾ ਕੁ ਟਾਈਮ ਲੱਗਦਾ ਔਰ ਸਟੱਡੀ ਨੂੰ ਕਿੱਦਾਂ ਬੈਲੈਂਸ ਕਰਦੇ ਹੋ? ਵੇਖੋ ਜੀ, ਬਹੁਤ ਡਿਮਾਂਡਿੰਗ ਗੇਮ ਆ, ਜਿੰਨੀ ਵੇਖਣ 'ਚ ਸੌਖੀ ਲੱਗਦੀ ਆ, ਇਹ ਪ੍ਰਸੀਜਨ ਬਹੁਤ ਚਾਹੀਦੀ ਆ ਇਹਦੇ ਵਾਸਤੇ। ਵੇਖੋ ਛੋਟਾ ਜਿਹਾ ਹੋਲ ਆ ਤੇ ਉਹਦੇ 'ਚ ਤੁਸੀਂ ਬਾਲ ਜਿਹੜੀ ਉਹ ਪਾ ਕੇ ਐਂਡ ਇੱਥੋਂ ਤੁਸੀਂ ਕਰਦੇ ਹੋ, ਤੇ ਇਹਦੇ ਵਾਸਤੇ ਬੱਚੇ ਤੇ ਕੋਚਿੰਗ ਲੈ ਹੀ ਰਹੇ ਹੁੰਦੇ ਆ। ਜਿਵੇਂ ਤੁਸੀਂ ਕੋਚਿੰਗ ਲੈ ਰਹੀ, ਫਿਰ ਉਹ ਤੁਹਾਨੂੰ ਜਾ ਕੇ ਸਮਝਣਾ ਪੈਂਦਾ ਤਾਂ ਕਿ ਤੁਸੀਂ ਉਸ ਕੋਚਿੰਗ ਦੀ ਫਿਰ ਪ੍ਰੈਕਟਿਸ ਕਰ ਸਕੋ, ਤੇ ਇਸ ਕਰਕੇ ਸਾਨੂੰ ਨਾਲ ਹੀ ਰਹਿਣਾ ਪੈਂਦਾ। ਬਾਕੀ ਗੇਮ ਦੀ ਤਰ੍ਹਾਂ ਅਸੀਂ ਇਹ ਨਹੀਂ ਕਰ ਸਕਦੇ ਕਿ ਬੱਚਿਆਂ ਨੂੰ ਉੱਥੇ ਹੀ ਛੱਡ ਆਓ, ਬੱਚਿਆਂ ਦੇ ਨਾਲ ਹੀ ਰਹਿਣਾ ਪੈਂਦਾ। ਮੈਨੂੰ ਲੱਗਦਾ ਹੈ ਕਿ ਡੈਸਟਨੀ ਹੈ ਇਹਨਾਂ ਦੀ ਕਿ ਇਹ ਵਾਲੀ ਗੇਮ ਦੇ ਵਿੱਚ ਇਹਨਾਂ ਇੰਟਰਸਟ ਸ਼ੋਅ ਕੀਤਾ। ਮੈਨੂੰ ਲੱਗਦਾ ਹੈ ਕਿ ਜਿਵੇਂ ਸਕੂਲ ਵਿੱਚ ਤੁਹਾਡਾ ਉਹੀ ਸਬਜੈਕਟ ਫੇਵਰੇਟ ਹੁੰਦਾ ਆ ਜਿਹੜਾ ਤੁਹਾਡਾ ਟੀਚਰ ਵਧੀਆ ਹੋਵੇ, ਇੱਥੇ ਇਹਨਾਂ ਦੇ ਸਕੂਲ ਦੇ ਵੀ ਕੋਚ ਬੜੇ ਸਪੋਰਟਿਵ ਤੇ ਬੜੇ ਅੱਛੇ ਸੀਗੇ। ਤੇ ਜਿਹੜੀ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਸੀ ਉੱਥੇ ਵੀ ਹਰਮੀਤ ਕਾਲੋਂ ਸਰ ਸੀਗੇ, ਉਹ ਵੀ ਬੜੇ ਇਨਕਰੇਜਿੰਗ ਸੀਗੇ, ਤੇ ਇਹਨਾਂ ਦਾ ਇੰਟਰਸਟ ਬਣ ਗਿਆ ਇਹਦੇ ਵਿੱਚ। ਹੋਰ ਵੀ ਗੇਮਸ ਇਹਨਾਂ ਖੇਲੀਆਂ, ਪਰ ਉੱਥੇ ਇੰਟਰਸਟ ਇਹਨਾਂ ਨਹੀਂ ਸ਼ੋਅ ਕੀਤਾ। ਇੱਕ ਤਾਂ ਮੈਂ ਇਹਨਾਂ ਨੂੰ ਇਕੱਲੇ ਲੈ ਕੇ ਗਈ ਸੀ, ਤੇ ਉੱਥੇ ਵੈਦਰ ਦਾ ਡਿਫਰੈਂਸ ਸੀਗਾ। ਉਹ ਸਦਰਨ ਹੈਮੀਸਫੇਅਰ, ਅਸੀਂ ਨਾਰਦਰਨ ਵਿੱਚ ਹੈਗੇ ਹਾਂ। ਇੱਥੇ ਗਰਮੀ ਸੀ, ਉੱਥੇ ਸਰਦੀ ਸੀਗੀ, ਤੇ ਹਵਾ ਬਹੁਤ ਠੰਡੀ ਚੱਲਦੀ ਸੀ। ਜਿਵੇਂ ਸਾਡੇ ਇੱਥੇ ਇੰਡੀਆ 'ਚ ਇੰਨੀ ਠੰਡੀ ਹਵਾ ਇੰਨੀ ਨਹੀਂ ਚੱਲਦੀ ਜਿਵੇਂ ਉੱਥੇ ਸੀਗੀ। ਤੇ ਉੱਥੇ ਦੋਨਾਂ ਨੂੰ ਹੀ ਗੈਰਤ ਵੀ, ਪਹਿਲੇ ਗੈਰਤ ਬਿਮਾਰ ਹੋਈ ਸੀ, ਪਰ ਗੈਰਤ ਦੇ ਟੂਰਨਾਮੈਂਟ ਜੇ ਟਾਈਮ ਸੀਗਾ, ਇਹ ਪਹਿਲੇ ਬਿਮਾਰ ਹੋ ਕੇ ਠੀਕ ਹੋ ਗਈ ਸੀ ਉਦੋਂ ਤੱਕ। ਤੇ ਰਬਾਬ ਜਦੋਂ ਸੈਕਿੰਡ ਰਾਊਂਡ ਸੀਗਾ ਇਹਦਾ, ਪਹਿਲੇ ਇਹਨੂੰ ਕੋਲਡ ਹੋਇਆ ਠੰਡੀ ਹਵਾ ਕਰਕੇ, ਫਿਰ ਇਹਨੂੰ ਬੁਖਾਰ ਹੋ ਗਿਆ। ਫਿਰ ਮੈਂ ਇਹਨਾਂ ਦੇ ਪਾਪਾ ਨੂੰ ਕਿਹਾ ਕਿ ਰਬਾਬ ਤੇ ਬਹੁਤ ਬਿਮਾਰ ਹੋ ਗਈ ਆ, ਤੇ ਇਹ ਕਹਿੰਦੇ ਕਿ ਤੁਸੀਂ ਕੋਈ ਗੱਲ ਨਹੀਂ, ਤੁਸੀਂ ਟੂਰਨਾਮੈਂਟ ਛੱਡ ਦਿਓ, ਕਿ ਪਹਿਲੇ ਜਿਹੜੀ ਸਿਹਤ ਆ ਉਹ ਜ਼ਿਆਦਾ ਜ਼ਰੂਰੀ ਹੈ। ਤੇ ਰਬਾਬ ਨੂੰ ਮੈਂ ਸਵੇਰੇ ਉਠਾਇਆ ਨਹੀਂ, ਮੈਂ ਕਿਹਾ ਰਬਾਬ ਤੁਸੀਂ ਠੀਕ ਨਹੀਂ ਹੋ ਤਾਂ ਤੁਸੀਂ ਨਾ ਖੇਲੋ ਤੇ ਬੈਠ ਰਿਹਾ। ਪਰ ਰਬਾਬ ਨੇ ਕਿਹਾ ਕਿ ਨਹੀਂ ਮੰਮਾ, ਜੇ ਮੈਂ ਆਈ ਹਾਂ ਤੇ ਮੈਂ ਖੇਲੂੰਗੀ ਜ਼ਰੂਰ, ਜਿੰਨਾ ਮਰਜ਼ੀ ਫੀਵਰ ਹੋਵੇ, ਬਟ ਆਈ ਵਿਲ ਪਲੇ। ਬਿਲਕੁਲ ਮੈਨੂੰ ਲੱਗਦਾ ਕਿ ਪਰਮਾਤਮਾ ਦੀ ਕਿਰਪਾ ਹੋਵੇ ਤੁਹਾਡੇ ਉੱਤੇ, ਤੇ ਤੁਸੀਂ ਤਾਂ ਹੀ ਇੰਨੀ ਸ਼ੌਹਰਤ ਇੰਨੀ ਛੋਟੀ ਏਜ ਵਿੱਚ ਲੈ ਸਕਦੇ ਹੋ। ਬੜਾ ਵਧੀਆ ਲੱਗਿਆ। ਇਹ ਸੋਚ ਕੇ ਹੀ ਗਏ ਸੀਗੇ ਕਿ ਅਸੀਂ ਗਏ ਹਾਂ ਤਾਂ ਕੋਈ ਪੋਜੀਸ਼ਨ ਅਸੀਂ ਲੈ ਕੇ ਆਵਾਂਗੇ। ਖੈਰ ਮਿਹਨਤ ਵੀ ਬਹੁਤ ਕੀਤੀ ਬੱਚਿਆਂ ਨੇ, ਸਾਰਾ ਦਿਨ ਕੋਰਸ 'ਤੇ ਆਪਣੀ ਪ੍ਰੈਕਟਿਸ ਕਰਦੇ ਸੀਗੇ,
ਤੇ ਬਹੁਤ ਵਧੀਆ ਲੱਗਿਆ, ਬਹੁਤ ਮਨ ਨੂੰ ਖੁਸ਼ੀ ਹੋਈ ਜਦੋਂ ਗਏ ਵੀ, ਖੇਲੇ ਵੀ ਤੇ ਫਿਰ ਆਪਣੇ ਦੇਸ਼ ਵਾਸਤੇ ਸੋਨ ਤਗਮਾ ਵੀ ਲੈ ਕੇ ਆਏ।